15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਅੰਗਰੇਜ਼ ਅਗਲੇ 2-3 ਸਾਲਾਂ ਦੌਰਾਨ ਆਪਣਾ ਰਾਜ ਭਾਗ ਸਮੇਟ ਕੇ ਇੰਗਲੈਂਡ ਰਵਾਨਾ ਹੋ ਗਏ। ਕੁਝ ਨੌਕਰੀ ਪੇਸ਼ਾ ਅੰਗਰੇਜ਼ ਅਧਿਕਾਰੀਆਂ ਅਤੇ ਹੋਰ ਬ੍ਰਿਟਿਸ਼ ਨਾਗਰਿਕਾਂ ਦਾ ਭਾਰਤ ਛੱਡ ਕੇ ਵਾਪਸ ਜਾਣ ਦਾ ਸਿਲਸਿਲਾ ਹੋਰ ਕੁਝ ਸਾਲਾਂ ਤੱਕ ਚੱਲਦਾ ਰਿਹਾ, ਪਰੰਤੂ ਬ੍ਰਿਟਿਸ਼ ਯੁੱਗ ਦੇ ਨਾਲ ਸੰਬੰਧਿਤ ਕੁਝ ਅੰਗਰੇਜ਼ ਅਤੇ ਉਹਨਾਂ ਦੇ ਪਰਿਵਾਰ ਕਦੇ ਵੀ ਭਾਰਤ ਛੱਡ ਕੇ ਵਾਪਸ ਨਹੀਂ ਗਏ। ਗੋਰਿਆਂ ਦੇ ਇਹ ਪਰਿਵਾਰ ਅੱਜ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਨਾਗਰਿਕਾਂ ਦੇ ਤੌਰ ਤੇ ਹੀ ਰਹਿ ਰਹੇ ਹਨ ਅਤੇ ਹੋਰਨਾਂ ਭਾਰਤੀਆਂ ਵਾਂਗ ਹੀ ਜੀਵਨ ਬਸਰ ਕਰ ਰਹੇ ਹਨ। ਆਖਿਰਕਾਰ ਆਜ਼ਾਦੀ ਤੋਂ ਬਾਅਦ ਵੀ ਆਪਣੇ ਮੁਲਕ ਵਾਪਸ ਨਾ ਮੁੜਨ ਵਾਲੇ ਇਹ ਲੋਕ ਕੌਣ ਹਨ? ਅੱਜ ਦੇ ਵੀਡੀਓ ਵਿੱਚ ਤੁਹਾਨੂੰ ਇਹਨਾਂ ਪਰਿਵਾਰਾਂ ਬਾਰੇ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਬਟਨ ਵੀ ਦਬਾ ਲਵੋ। ਅਸਲ ਵਿੱਚ 17ਵੀਂ ਸਦੀ ਦੌਰਾਨ ਈਸਟ ਇੰਡੀਆ ਕੰਪਨੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਦਯੋਗ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤੀ ਦੌਰ ਵਿੱਚ ਕਲਕੱਤੇ, ਸੂਰਤ ਅਤੇ ਮਦਰਾਸ ਆਦਿ ਵਿੱਚ ਵੱਡੀ ਗਿਣਤੀ ਵਿੱਚ ਫੈਕਟਰੀਆਂ ਦਾ ਨਿਰਮਾਣ ਕਰਵਾਇਆ ਗਿਆ। ਇਸ ਦੇ ਨਾਲ ਹੀ ਕੰਪਨੀ ਨੇ ਆਪਣਾ ਕਾਰੋਬਾਰ ਦੇਸ਼ ਭਰ ਵਿੱਚ ਫੈਲਾਉਣ ਅਤੇ ਕੱਚੇ ਮਾਲ ਦੀ ਸਪਲਾਈ ਲਈ ਰੇਲਵੇ ਲਾਈਨਾਂ ਵਿਛਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। 18ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਕੰਪਨੀ ਨੇ ਦੇਸ਼ ਭਰ ਵਿੱਚ ਚੰਗੇ ਪੈਰ ਪਸਾਰ ਲਏ ਸਨ, ਪਰੰਤੂ ਉਹਨਾਂ ਨੂੰ ਕਾਰਖਾਨਿਆਂ ਵਿੱਚ ਕੰਮ ਕਰਨ ਅਤੇ ਰੇਲਵੇ ਲਾਈਨਾਂ ਵਿਛਾਉਣ ਲਈ ਲੇਬਰ ਦੀ ਘਾਟ ਰੜਕਣ ਲੱਗੀ। ਇਸ ਦੇ ਨਾਲ ਹੀ ਕਾਰਖਾਨਿਆਂ ਦੀ ਵਿਵਸਥਾ ਬਣਾਈ ਰੱਖਣ ਅਤੇ ਰੇਲਵੇ ਲਾਈਨਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਸਿਰੇ ਚੜਾਉਣ ਲਈ ਕੰਪਨੀ ਨੂੰ ਕਾਮਿਆਂ ਦੇ ਨਾਲ-ਨਾਲ ਮਾਹਰਾਂ ਦੀ ਲੋੜ ਵੀ ਮਹਿਸੂਸ ਹੋਈ। ਇਸ ਸਮੱਸਿਆ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਕਾਮੇ ਅਤੇ ਇੰਜੀਨੀਅਰਾਂ ਨੂੰ ਬ੍ਰਿਟੇਨ ਤੋਂ ਭਾਰਤ ਲਿਆਂਦਾ ਜਾਣ ਲੱਗਾ। ਇਹ ਵਰਤਾਰਾ ਲਗਭਗ 10 ਸਾਲਾਂ ਤੱਕ ਚੱਲਦਾ ਰਿਹਾ ਅਤੇ ਇਸ ਦੌਰਾਨ ਹਜ਼ਾਰਾਂ ਦੀ ਸੰਖਿਆ ਵਿੱਚ ਬ੍ਰਿਟੇਨ ਦੇ ਨੌਜਵਾਨ ਕਾਮੇ ਭਾਰਤ ਦੀ ਧਰਤੀ ਤੇ ਪਹੁੰਚ ਗਏ। ਲਗਭਗ 200 ਸਾਲਾਂ ਦਾ ਲੰਬਾ ਸਮਾਂ ਇੱਥੇ ਟਿਕਣ ਦੇ ਕਾਰਨ ਇਹਨਾਂ ਲੋਕਾਂ ਨੇ ਭਾਰਤ ਨੂੰ ਹੀ ਆਪਣਾ ਠਿਕਾਣਾ ਬਣਾ ਲਿਆ ਅਤੇ ਇੱਥੋਂ ਦੇ ਲੋਕਾਂ ਵਿੱਚ ਹੀ ਇਹ ਵਿਚਰਨ ਲੱਗੇ। ਇਸ ਦੌਰਾਨ ਇਹਨਾਂ ਬ੍ਰਿਟਿਸ਼ ਨੌਜਵਾਨਾਂ ਨੂੰ ਵਿਆਹ ਕਰਵਾਉਣ ਵਿੱਚ ਦਿੱਕਤਾਂ ਆਉਣ ਲੱਗੀਆਂ, ਕਿਉਂਕਿ ਵੱਡੀ ਗਿਣਤੀ ਵਿੱਚ ਇਹ ਨੌਜਵਾਨ ਤਾਂ ਭਾਰਤ ਪਹੁੰਚ ਗਏ ਸਨ, ਪਰੰਤੂ ਇੰਨੀ ਵੱਡੀ ਸੰਖਿਆ ਵਿੱਚ ਬ੍ਰਿਟਿਸ਼ ਮਹਿਲਾਵਾਂ ਭਾਰਤ ਵਿੱਚ ਨਹੀਂ ਪਹੁੰਚ ਸਕੀਆਂ। ਅਜਿਹੇ ਮਾਹੌਲ ਵਿੱਚ ਇਹਨਾਂ ਬ੍ਰਿਟਿਸ਼ ਨੌਜਵਾਨਾਂ ਨੇ ਭਾਰਤ ਵਿੱਚ ਬਹੁਤ ਘੱਟ ਗਿਣਤੀ ਵਿੱਚ ਮੌਜੂਦ ਬ੍ਰਿਟਿਸ਼ ਲੜਕੀਆਂ ਦੇ ਨਾਲ-ਨਾਲ ਪੁਰਤਗਾਲੀ ਅਤੇ ਫਰਾਂਸੀਸੀ ਲੜਕੀਆਂ ਨਾਲ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ। ਅਸਲ ਵਿੱਚ ਫਰਾਂਸੀਸੀ ਅਤੇ ਪੁਰਤਗਾਲੀ ਲੋਕ ਰੋਮਨ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਸਨ, ਜਦੋਂ ਕਿ ਬ੍ਰਿਟਿਸ਼ ਲੋਕ ਪ੍ਰੋਟੈਸਟੈਂਟ ਚਰਚ ਨੂੰ ਮੰਨਦੇ ਸਨ। ਇਸ ਤਰ੍ਹਾਂ ਇਹਨਾਂ ਅਲੱਗ-ਅਲੱਗ ਫਿਰਕਿਆਂ ਵਿੱਚ ਚੱਲ ਰਹੇ ਵਿਵਾਦ ਕਾਰਨ ਕੰਪਨੀ ਨੇ ਇਹਨਾਂ ਵਿਆਹਾਂ ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਬ੍ਰਿਟਿਸ਼ ਨੌਜਵਾਨਾਂ ਸਾਹਮਣੇ ਵਿਆਹ ਲਈ ਕੇਵਲ ਭਾਰਤੀ ਲੜਕੀਆਂ ਦਾ ਹੀ ਇੱਕ ਬਦਲ ਬਚਿਆ ਸੀ, ਸੋ ਉਹਨਾਂ ਨੇ ਭਾਰਤੀ ਲੜਕੀਆਂ ਦੇ ਨਾਲ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਇਹਨਾਂ ਵਿਆਹਾਂ ਤੋਂ ਪੈਦਾ ਹੋਈਆਂ ਸੰਤਾਨਾਂ ਨੂੰ ਐਂਗਲੋ ਇੰਡੀਅਨਜ਼ ਦਾ ਨਾਮ ਦਿੱਤਾ ਗਿਆ। ਸ਼ੁਰੂਆਤੀ ਦੌਰ ਵਿੱਚ ਇਹਨਾਂ ਨੂੰ ਯੂਰਪ ਅਤੇ ਏਸ਼ੀਅਨਜ਼ ਦੇ ਸੁਮੇਲ ਕਾਰਨ ਯੂਰੇਸ਼ੀਅਨ ਵੀ ਕਿਹਾ ਜਾਂਦਾ ਰਿਹਾ, ਪਰੰਤੂ 18ਵੀਂ ਸਦੀ ਵਿੱਚ ਇਹਨਾਂ ਨੂੰ ਐਂਗਲੋ ਇੰਡੀਅਨਜ਼ ਕਹਿ ਕੇ ਬੁਲਾਇਆ ਜਾਣ ਲੱਗਿਆ। ਇਸ ਤਰ੍ਹਾਂ ਭਾਰਤ ਵਿੱਚ ਇੱਕ ਨਵੇਂ ਸਮਾਜ ਐਂਗਲੋ ਇੰਡੀਅਨਜ਼ ਦਾ ਜਨਮ ਹੋਇਆ, ਜੋ ਉਸ ਸਮੇਂ ਖੂਬ ਵਧਿਆ ਫੁੱਲਿਆ। 19ਵੀਂ ਸਦੀ ਵਿੱਚ ਇਸ ਕਮਿਊਨਿਟੀ ਦੇ ਮੈਂਬਰ ਸੈਨਾ ਅਤੇ ਪੁਲਿਸ ਆਦਿ ਵਿੱਚ ਸ਼ਾਮਲ ਹੋਣ ਲੱਗੇ ਅਤੇ ਇਹਨਾਂ ਦੇ ਬੱਚਿਆਂ ਨੂੰ ਬ੍ਰਿਟੇਨ ਵਿੱਚ ਸਿੱਖਿਆ ਹਾਸਲ ਕਰਨ ਦੇ ਅਧਿਕਾਰ ਵੀ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਇੱਕ ਸਮੇਂ ਇਸ ਸਮੁਦਾਇ ਦੇ ਲੋਕਾਂ ਦੀ ਸੰਖਿਆ ਮੂਲ ਅੰਗਰੇਜ਼ਾਂ ਨਾਲੋਂ ਵੀ ਵੱਧ ਗਈ ਸੀ। ਇਹਨਾਂ ਦੇ ਫੈਲਾਅ ਨੂੰ ਰੋਕਣ ਲਈ ਬਾਅਦ ਵਿੱਚ ਕੰਪਨੀ ਵੱਲੋਂ ਇਹਨਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ। 1825 ਵਿੱਚ ਇਸ ਸਮੁਦਾਇ ਨੇ ਆਪਣੇ ਅਧਿਕਾਰ ਵਾਪਸ ਲੈਣ ਲਈ ਬ੍ਰਿਟਿਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਦਾ ਫੈਸਲਾ ਇਹਨਾਂ ਦੇ ਹੱਕ ਵਿੱਚ ਆਇਆ ਅਤੇ ਇਹਨਾਂ ਨੂੰ ਸਾਰੇ ਅਧਿਕਾਰ ਵਾਪਸ ਦੇ ਦਿੱਤੇ ਗਏ। ਐਂਗਲੋ ਇੰਡੀਅਨ ਸਮੁਦਾਇ ਦੇ ਲੋਕਾਂ ਨੇ ਭਾਰਤ ਵਿੱਚ ਰਹਿੰਦਿਆਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਅਤੇ ਕਈ ਸੰਗਠਨਾਂ ਅਤੇ ਸਕੂਲਾਂ ਦਾ ਗਠਨ ਵੀ ਕੀਤਾ। ਅਸਲ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 366 ਐਂਗਲੋ ਇੰਡੀਅਨਜ਼ ਦੀ ਪਰਿਭਾਸ਼ਾ ਵਿੱਚ ਦੱਸਦੀ ਹੈ ਕਿ ਬ੍ਰਿਟਿਸ਼ ਮੂਲ ਦੇ ਕਿਸੇ ਪੁਰਸ਼ ਵੱਲੋਂ ਭਾਰਤੀ ਮੂਲ ਦੀ ਲੜਕੀ ਨਾਲ ਵਿਆਹ ਉਪਰੰਤ ਪੈਦਾ ਹੋਣ ਵਾਲੀ ਸੰਤਾਨ ਨੂੰ ਐਂਗਲੋ ਇੰਡੀਅਨਜ਼ ਮੰਨਿਆ ਜਾਂਦਾ ਹੈ। ਐਂਗਲੋ ਇੰਡੀਅਨਜ਼ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਇਹਨਾਂ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ 1921 ਵਿੱਚ ਪਹਿਲੀ ਵਾਰ ਸਮੁਦਾਇ ਦੇ ਇੱਕ ਪ੍ਰਤੀਨਿਧੀ ਹੈਨਰੀ ਗਿਡਨੀ ਨੂੰ ਬ੍ਰਿਟਿਸ਼ ਸਦਨ ਯਾਨੀ ਲੋਕ ਸਭਾ ਦਾ ਮੈਂਬਰ ਬਣਾਇਆ ਗਿਆ। ਇਸ ਤੋਂ ਬਾਅਦ ਹੈਨਰੀ ਇਸ ਸਦਨ ਲਈ ਲਗਾਤਾਰ 5 ਵਾਰੀ ਚੁਣੇ ਗਏ। 1947 ਤੋਂ ਬਾਅਦ ਹੈਨਰੀ ਨੇ ਹੀ ਐਂਗਲੋ ਇੰਡੀਅਨਜ਼ ਦੀ ਇੱਕ ਆਲ ਇੰਡੀਆ ਐਸੋਸੀਏਸ਼ਨ ਦਾ ਗਠਨ ਕੀਤਾ, ਜੋ ਅੱਜ ਵੀ ਚੱਲ ਰਹੀ ਹੈ। ਉਸ ਤੋਂ ਬਾਅਦ ਐਂਗਲੋ ਇੰਡੀਅਨ ਫਰੈਂਕ ਐਂਥਨੀ ਨੇ ਕਮਾਨ ਸੰਭਾਲੀ ਅਤੇ ਐਂਗਲੋ ਇੰਡੀਅਨਜ਼ ਨੂੰ ਰਿਜ਼ਰਵੇਸ਼ਨ ਦੇਣ ਦੀ ਮੰਗ ਚੁੱਕੀ। ਇਸ ਤੋਂ ਬਾਅਦ ਹੀ ਸੰਵਿਧਾਨਕ ਅਸੈਂਬਲੀ ਨੇ ਸੰਵਿਧਾਨ ਵਿੱਚ ਸੋਧ ਕਰਦਿਆਂ 2 ਐਂਗਲੋ ਇੰਡੀਅਨਜ਼ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਦੇਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਹੀ ਰਾਸ਼ਟਰਪਤੀ ਵੱਲੋਂ ਐਂਗਲੋ ਇੰਡੀਅਨ ਸਮੁਦਾਇ ਦੇ 2 ਮੈਂਬਰਾਂ ਨੂੰ ਚੁਣ ਕੇ ਲੋਕ ਸਭਾ ਵਿੱਚ ਭੇਜਿਆ ਜਾਂਦਾ ਰਿਹਾ। ਭਾਰਤੀ ਲੋਕ ਸਭਾ ਵਿੱਚ ਉਂਝ ਚੁਣੇ ਜਾਂਦੇ ਮੈਂਬਰਾਂ ਦੀ ਗਿਣਤੀ 543 ਹੁੰਦੀ ਹੈ, ਪਰੰਤੂ 2 ਐਂਗਲੋ ਇੰਡੀਅਨਜ਼ ਦੇ ਮਿਲਣ ਨਾਲ ਇਹਨਾਂ ਦੀ ਗਿਣਤੀ 545 ਹੋ ਜਾਂਦੀ ਹੈ। ਇਹਨਾਂ 2 ਮੈਂਬਰਾਂ ਨੂੰ ਚੁਣ ਕੇ ਲੋਕ ਸਭਾ ਵਿੱਚ ਭੇਜਣ ਦੀ ਇਹ ਵਿਵਸਥਾ 40 ਸਾਲਾਂ ਲਈ ਕੀਤੀ ਗਈ ਸੀ, ਪਰੰਤੂ ਬਾਅਦ ਵਿੱਚ ਆਉਣ ਵਾਲੀਆਂ ਸਰਕਾਰਾਂ ਇਸ ਦੀ ਮਿਆਦ ਨੂੰ ਵਧਾਉਂਦੀਆਂ ਗਈਆਂ ਅਤੇ ਐਂਗਲੋ ਇੰਡੀਅਨ ਸਮੁਦਾਇ ਦੇ 2 ਮੈਂਬਰ ਲਗਾਤਾਰ ਲੋਕ ਸਭਾ ਲਈ ਚੁਣੇ ਜਾਂਦੇ ਰਹੇ। 2020 ਵਿੱਚ ਭਾਰਤ ਸਰਕਾਰ ਨੇ ਸੰਵਿਧਾਨ ਦੀ ਸੋਧ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਐਂਗਲੋ ਇੰਡੀਅਨਜ਼ ਨੂੰ ਬਤੌਰ ਲੋਕ ਸਭਾ ਮੈਂਬਰ ਨਾਮਜ਼ਦ ਕਰਨ ਦੀ ਪ੍ਰਕਿਰਿਆ ਰੋਕ ਦਿੱਤੀ ਗਈ। ਸਰਕਾਰ ਨੇ ਕਿਹਾ ਕਿ ਇਸ ਸਮੁਦਾਇ ਦੇ ਕੇਵਲ 296 ਲੋਕ ਹੀ ਦੇਸ਼ ਵਿੱਚ ਬਚੇ ਹਨ ਅਤੇ ਇੰਨੀ ਘੱਟ ਗਿਣਤੀ ਵਾਲੇ ਕਿਸੇ ਵੀ ਵਰਗ ਨੂੰ ਲੋਕ ਸਭਾ ਵਿੱਚ ਵਿਸ਼ੇਸ਼ ਸੁਵਿਧਾ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਵੱਖ-ਵੱਖ ਸਿਆਸੀ ਦਲਾਂ ਵਿੱਚ ਸ਼ਾਮਲ ਐਂਗਲੋ ਇੰਡੀਅਨਜ਼ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ, ਪਰੰਤੂ ਭਾਰਤ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਨਹੀਂ ਬਦਲਿਆ। ਐਂਗਲੋ ਇੰਡੀਅਨਜ਼ ਦੀ ਭਾਰਤ ਵਿੱਚ ਗਿਣਤੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਭੰਬਲ ਭੂਸੇ ਹਨ। 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਕੇਵਲ 296 ਐਂਗਲੋ ਇੰਡੀਅਨਜ਼ ਹੀ ਰਹਿ ਰਹੇ ਹਨ,
ਪਰੰਤੂ ਐਂਗਲੋ ਇੰਡੀਅਨਸ ਦੀਆਂ ਜਥੇਬੰਦੀਆਂ ਵੱਲੋਂ ਇਸ ਗਿਣਤੀ ਨੂੰ ਹਮੇਸ਼ਾ ਹੀ ਨਕਾਰਿਆ ਜਾਂਦਾ ਰਿਹਾ ਹੈ। ਐਂਗਲੋ ਇੰਡੀਅਨ ਸਮੁਦਾਇ ਦੇ ਮੈਂਬਰ ਪਾਰਲੀਮੈਂਟ ਰਹੇ ਡੈਰੇਕ ਓਬਰਾਇਨ ਦਾ ਕਹਿਣਾ ਹੈ ਕਿ ਭਾਰਤ ਵਿੱਚ ਮੌਜੂਦਾ ਸਮੇਂ ਦੌਰਾਨ ਐਂਗਲੋ ਇੰਡੀਅਨਸ ਦੀ ਸੰਖਿਆ ਲਗਭਗ 3.5 ਲੱਖ ਦੇ ਨੇੜੇ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਦੌਰਾਨ ਪੂਰੇ ਦੇਸ਼ ਵਿੱਚ ਐਂਗਲੋ ਇੰਡੀਅਨਸ ਦੀ ਸੰਖਿਆ 2 ਕਰੋੜ ਦੇ ਨੇੜੇ ਦੱਸੀ ਜਾਂਦੀ ਹੈ, ਜਿਸ ਵਿੱਚੋਂ ਬਹੁਤੀ ਆਬਾਦੀ ਭਾਰਤ ਛੱਡ ਕੇ ਬ੍ਰਿਟੇਨ ਅਤੇ ਹੋਰਨਾਂ ਦੇਸ਼ਾਂ ਵਿੱਚ ਜਾ ਕੇ ਵਸ ਗਈ, ਪਰੰਤੂ ਗੋਰਿਆਂ ਦੇ ਕਈ ਪਰਿਵਾਰ ਅੱਜ ਵੀ ਆਜ਼ਾਦੀ ਤੋਂ ਪਹਿਲਾਂ ਵਾਂਗ ਹੀ ਭਾਰਤ ਵਿੱਚ ਰਹਿ ਰਹੇ ਹਨ।